ਤਾਈ ਕੋਲ ਖੇਡਣਾ। ਤਾਈ ਵੱਡੀ ਮਾਂ ਹੁੰਦੀ ਸੀ। ਗਰਾਊਂਡ ਹੁੰਦਾ ਸੀ ਇੱਕ ਕਿਸਮ ਦਾ, ਜਿੱਥੇ ਦਾਦੀ ਬਹੁਤ ਹੋ ਗਈ ਉੱਥੇ ਤਾਈ ਹੁੰਦੀ ਸੀ, ਉਹ ਤਾਈ ਮੁੱਗੀ ਹੈ। ਤੇ ਇਸ ਤਰ੍ਹਾਂ ਹੀ ਯਾਨੀ ਕਿ ਫਿਰ ਮਸੇਰ ਮਲਵੇਰ ਪਤਰੇਰ ਜਿਹੜੇ ਆ ਸਾਰੇ ਉਹ ਮੁੱਗੇ, ਉਹ ਕਜ਼ਨ ਹੋ ਗਏ। ਇਹ ਦੇਖ ਲਓ ਜੀ, ਇਸ ਵੇਲੇ ਨੇ ਨਾ ਸਾਡੇ ਕੋਲੋਂ ਕਿੱਡੇ ਕਿੱਡੇ ਸੋਹਣੇ ਰਿਸ਼ਤਿਆਂ ਦੇ ਨਾਮ ਖੋਲੇ ਹੈ। ਹਾਂਜੀ ਸੱਜਣੋ ਤੇ ਮਿੱਤਰੋ, ਕੀ ਹਾਲ ਚਾਲ ਆ? ਅਸੀਂ ਅੱਜ ਫੇਰ ਬੈਠੇ ਆਂ ਜੀ ਆਪਣੇ ਪਿੰਡ ਮੰਡੀ ਰਹਿਮੇ ਸ਼ਾਹ ਦੇ ਸਟੇਸ਼ਨ ਦੇ ਉੱਤੇ। ਮੈਂ ਰਾਣਾ ਖਾਲਦ ਮਕਬੂਲ ਤੇ ਮੇਰੇ ਨਾਲ ਬੈਠੇ ਆ ਰਾਣਾ ਅਸਲਮ ਖਾਨ ਵਕਾਰ ਸਾਹਿਬ। ਸਾਡੇ ਦੋਵਾਂ ਵੱਲੋਂ ਵੇਖਣ ਸੁਣਨ ਵਾਲਿਆਂ ਨੂੰ ਅਸਲਾਮ ਅਲੈਕੁਮ। ਰਾਣਾ ਸਾਹਿਬ, ਮੈਂ ਕੱਲ ਨਾ ਆ ਲਾਗੇ ਪਿੰਡ ਇੱਕ ਵਿਆਹ ਤੇ ਗਿਆ ਤੇ ਉਹ ਘਰ ਜਿਹੜਾ ਕਾਰਡ ਜਾਂ ਚਿੱਠੀ ਜਿਹੜੀ ਆਈ ਹੋਈ ਸੀ ਉਹ ਵੇਖੀ ਕੋਈ ਨਹੀਂ ਵੀ ਉਹ ਬਸ ਇਹ ਸੀ ਕਿ ਕੱਲ ਨੂੰ ਉਹ ਬੱਚੀ ਦੀ ਸ਼ਾਦੀ ਸੀਗੀ ਹੈ। ਉਹ ਮੈਂ ਗਿਆ ਇੱਥੋਂ ਜਨਾਬ ਜੀ, ਉੱਥੇ ਜਾ ਕੇ ਜਦੋਂ ਮੈਂ ਉਹ ਪਿੰਡ ਗਿਆ ਮਹੱਲੇ ਦੇ ਵਿੱਚ ਵੜਿਆ ਨਾ, ਉੱਥੇ ਜਾ ਕੇ ਮੈਨੂੰ ਬੜੀ ਇੱਕ ਅੰਦਰ ਨਾ ਸ਼ਰਮਿੰਦਗੀ ਜੀ ਤੇ ਇੱਕ ਇਦਾਂ ਦਾ ਲੱਗਾ ਵੀ ਯਾਰ ਮੈਂ ਕਿੱਥੇ ਆ ਗਿਆ। ਵੀ ਉੱਥੇ ਨਾ ਮਹੱਲੇ 'ਚ ਕੋਈ ਰੌਣਕ, ਨਾ ਕੋਈ ਗੱਲ, ਨਾ ਕੋਈ ਬਾਤ, ਘਰ ਤਾਲਾ ਲੱਗਾ ਹੋਇਆ। ਇੱਕ ਬੰਦਾ, ਮੈਂ ਉਹਨੂੰ ਪੁੱਛਿਆ ਉੱਥੇ ਵੀ ਯਾਰ ਮੈਂ ਕੋਈ ਗੱਲ, ਮੈਂ ਕਿਹਾ ਸ਼ਾਇਦ ਕੋਈ ਤਰੀਕ ਦਾ ਅੱਗਾ ਪਿੱਛਾ ਹੋ ਗਿਆ ਵੀ ਇੱਥੇ ਤਾਂ ਇੰਝ ਆ ਵੀ ਜਿਵੇਂ ਇੱਥੇ ਵਿਆਹ ਨਹੀਂ ਕੋਈ ਫੌਤਗੀ ਜੇ ਅੱਲਾ ਮਾਫ ਕਰੇ ਇਹੋ ਜਿਹਾ ਨਿਜ਼ਾਮ ਬਣਿਆ ਹੋਇਆ ਹੈ। ਤੇ ਉਹ ਉੱਥੋਂ ਪਤਾ ਚੱਲਿਆ ਜੀ, ਕਹਿੰਦੇ ਉਹ ਤਾਂ ਜੀ ਸ਼ਾਦੀ ਹਾਲ ਦੇ ਵਿੱਚ ਸ਼ਹਿਰ ਦੇ ਵਿੱਚ ਸਮੁੰਦਰੀ ਜਿਹੜਾ ਨਾ ਜੀ ਉਹ ਆ ਜੀ, ਉੱਥੋਂ ਬੰਬੂ ਕਾਟ ਦੱਬਿਆ ਜੀ ਉੱਧਰ ਉੱਪਰ ਸਾਰੇ ਰਾਏ। ਮੈਂ ਇੱਕੋ ਗੱਲ ਸੋਚਦਾ ਗਿਆ ਕਿ ਯਾਰ ਇਹ ਤੇ ਇਸੇ ਸੋਚ ਦੇ ਵਿੱਚ ਜੀ ਮੈਂ ਸਮੁੰਦਰੀ ਪਹੁੰਚ ਗਿਆ ਹੈ। ਪਰ ਮੈਂ ਇੱਕ ਗੱਲ ਦੀ ਮੈਨੂੰ ਬੜੀ ਹੈਰਾਨੀ ਹੋਈ ਵੀ ਯਾਰ ਜਿਹੜੇ ਵਿਆਹ ਨਾ ਸਾਡੇ ਪੰਜਾਬ ਦੀ ਸਕਾਫਤ ਦਾ ਸਭ ਤੋਂ ਵੱਡਾ ਇਕੱਠ ਜਿਹੜਾ ਨਾ ਉਹ ਵਿਆਹ ਨੂੰ ਹੀ ਸਮਝਿਆ ਜਾਂਦਾ। ਤੇ ਇਹ ਸਾਡੀ ਸਕਾਫਤ ਦਾ ਪੰਜਾਬ ਦੀ ਦਾ ਇਹ ਵੱਖਰਾ ਹੀ ਅੰਗ ਆ ਤੇ ਵੱਡਾ ਤੇ ਉੱਚਾ ਅੰਗ ਸੀ। ਅਸੀਂ ਤਾਂ ਆਪਣਾ ਇਹ ਅੰਗ ਵੀ ਜਿਹੜਾ ਆ ਇਹ ਤਬਾਹ ਕਰ ਲਿਆ। ਹਰ ਮੁਲਕ ਦਾ ਆਪਣਾ ਆਪਣਾ ਇੱਕ ਹਿਸਾਬ ਕਿਤਾਬ ਹੁੰਦਾ ਨਾ ਹਰ ਖਿੱਤੇ ਦਾ। ਤੇ ਉਹ ਗੱਲ ਆ, ਹੋ ਸਕਦਾ ਦੂਜੇ ਮੁਲਕਾਂ ਦੇ ਵਿੱਚ ਜਾਂ ਕਿਸੇ ਪਾਸੇ ਕੋਈ ਨਿਜ਼ਾਮ ਇਦਾਂ ਦੇ ਹੋਣ ਪਹਿਲਾਂ ਤੋਂ ਹੀ, ਲੇਕਿਨ ਸਾਡੇ ਤਾਂ ਆਹ ਥੋੜੇ ਜਿਹੇ ਸਾਲਾਂ ਦੇ ਵਿੱਚ ਇਹ ਕੀ ਹੋ ਗਿਆ। ਇਹ ਨੰਬਰਦਾਰ ਸਾਹਿਬ ਨਾਲ ਬਿਲਕੁਲ ਇਸ ਤਰ੍ਹਾਂ ਹੀ ਲੱਗਦਾ ਜਿਸ ਤਰ੍ਹਾਂ ਵਿਆਹ ਨਾ ਪਿਕਨਿਕ ਪਾਰਟੀ ਹੋ ਗਈ। ਉਹ ਪਿਕਨਿਕ ਪਾਰਟੀਆਂ 'ਚ ਹੁੰਦਾ ਜੀ ਨਾ, ਆਪਣਾ ਖਾਣਾ ਖੂਣਾ ਪਕਾ ਕੇ ਨਾ ਕਈ ਵਾਰੀ ਲਿਜਾਂਦੇ ਆ ਕਿਤੇ ਬਾਹਰ, ਉੱਥੇ ਖਾਣਾ ਖੂਣਾ ਖਾ ਕੇ ਵਾਪਸ ਆ ਜਾਂਦੇ ਆ। ਕਈ ਵਾਰੀ ਹੁੰਦਾ ਕਿ ਉੱਥੇ ਹੀ ਫਿਰ ਪਕਾ ਲੈਂਦੇ ਆ, ਉੱਥੋਂ ਆਪਣਾ ਖਾਧਾ ਤੇ ਕੱਪੜੇ ਝਾੜ ਕੇ ਜਿਹੜਾ ਵਾ ਨਾ ਹੈ ਵੀ ਉਹ ਵਿਆਹ ਜਿਹੜੇ ਆ ਨਾ, ਵਿਆਹਾਂ ਦੀ ਬਾਕੀ ਉਹ ਸਾਰੀ ਖਤਮ ਹੋ ਗਈ। ਸਾਰੇ ਰਸਮ ਰਿਵਾਜ ਜਿਹੜੇ ਆ ਬਸ ਉਹ ਖਾਣਾ ਰਹਿ ਗਿਆ। ਉਹ ਪਿਕਨਿਕ ਪਾਰਟੀ ਵਾਲਾ ਬਸ ਇਹਦੇ 'ਚ ਇਹ ਹੈ ਕਿ ਇਹਦੇ 'ਚ ਕੱਪੜੇ ਜ਼ਰਾ ਕਿ ਜ਼ਿਆਦਾ ਜ਼ਰਕ ਬਰਕ ਜੇ ਪਹਿਨ ਕੇ ਲੋਕ ਜਿਹੜਾ ਵਾ ਨਾ ਚਲੇ ਜਾਂਦੇ ਆ। ਹੈ ਹੁਣ ਵਿਆਹ ਪਿਕਨਿਕ ਪਾਰਟੀ ਤੇ ਤਾਂ ਦਿਹਾੜੀ ਕੱਢਣ ਵਾਲਾ ਕੰਮ ਹੋ ਗਿਆ ਨਾ ਜੀ। ਇਹ ਪਹਿਲਾਂ ਤਾਂ ਬੰਦੇ ਜੀ ਵਿਆਹ ਵਾਲੇ ਘਰ ਪ੍ਰਾਹੁਣੇ ਆਉਂਦੇ ਸੀ, ਹੁਣ ਤਾਂ ਵਿਆਹ ਵਾਲੇ ਆਪ ਸ਼ਾਦੀ ਹਾਲ ਦੇ ਪ੍ਰਾਹੁਣੇ ਹੁੰਦੇ ਆ। ਹਾਂਜੀ ਬਿਲਕੁਲ। ਉਹ ਬਲਕਿ ਗੁਆਂਢੀਆਂ ਨੂੰ ਕਹਿੰਦੇ ਵੀ ਘਰ ਦਾ ਖਿਆਲ ਰੱਖਿਓ। ਹਾਂ, ਗੁਆਂਢੀਆਂ ਨੂੰ ਬਲਕਿ ਇੱਕ ਨਾ ਤੇ ਬੰਦੇ ਦੀ ਵਿਆਹ ਤੋਂ ਛੁੱਟੀ ਕਰਾ ਕੇ ਡਿਊਟੀ ਲਾ ਕੇ ਜਾਣੀ ਵੀ ਘਰ ਦਾ ਵੀ ਖਿਆਲ ਹੈ। ਹਾਲਾਂਕਿ ਪਹਿਲੋਂ ਜਦੋਂ ਵਿਆਹ ਹੁੰਦੇ ਸੀ ਨਾ ਉਦੋਂ ਜਨਾਬ ਕਈ ਕਰੀਬੀ ਰਿਸ਼ਤੇਦਾਰ 10-10 ਦਿਨ ਪਹਿਲੇ ਆ ਜਾਂਦੇ ਸੀ। ਉਹ ਅਗਰ ਮੁੰਡੇ ਦਾ ਵਿਆਹ ਵਾ ਤੇ ਉੱਥੇ ਜੋ ਕੋਈ ਕੰਮਕਾਰ ਹੋਣੇ ਵਾਲੇ ਆ ਉਹਨਾਂ ਦਾ ਬਾਲਣ ਦਾ ਇੰਤਜ਼ਾਮ ਕਰਨਾ ਵਾ। ਕੋਈ ਆਮ ਤੌਰ 'ਤੇ ਸਾਡੇ ਉਹਨਾਂ ਦਿਨਾਂ 'ਚ ਕਈ ਵਾਰੀ ਹੁੰਦਾ ਸੀ ਢਾਟ ਹੋਈਆ ਵੀ ਚੱਲ ਰਿਹਾ ਹੁੰਦਾ ਸੀ, ਮਕਾਨਾਂ ਨੂੰ ਕਲੀ ਹੋ ਰਹੀ ਆ, ਰੋਗਨ ਹੋ ਰਿਹਾ, ਕੁਛ ਹੋਰ ਮਿੱਟੀ ਮੁੱਟੀ ਪਾਣੀ ਆ, ਉਹ ਚੱਲ ਰਿਹਾ ਕੰਮ। ਤੇ ਕੁੜੀਆਂ ਦੇ ਜਿਹੜੇ ਵਿਆਹ ਹੁੰਦੇ ਸੀ ਉੱਥੇ ਹੁੰਦਾ ਸੀ ਵੀ ਉਹ ਰਜਾਈਆਂ ਨੰਗਾਂ ਵਾਲਾ ਕੰਮ ਆ ਜੀ। ਕੋਈ ਹੋਰ ਯਾਨੀ ਕਿ ਕੋਈ ਛਾਤੀਆਂ ਚੁੱਕੀਆਂ ਇਹ ਉਹ ਪੁਰਾਣੇ ਦੌਰ 'ਚ ਬਣਦੀਆਂ ਸੀ ਹੈ। ਉਹ ਕਾਫੀ ਸਾਰੇ ਕੰਮ ਯਾਨੀ ਕਿ ਜਿਹੜੀਆਂ ਬੁੜੀਆਂ ਜਿਹੜੀਆਂ ਰਲ ਮਿਲ ਕੇ ਨਾ ਕੰਮ ਇੱਕ ਬੜੇ ਗਹਿਮਾ ਗਹਿਮੀ ਇਹਦਾ ਦੌੜ ਰਹਿੰਦਾ ਸੀ। ਆਹੋ ਪਹਿਲਾਂ ਹੀ ਜਿਹੜੇ ਪੁਰਾਣਾ ਜਿਹਨੂੰ ਬੁਲਾਇਆ ਹੋਇਆ ਹੁੰਦਾ ਸੀ ਨਾ, ਸੱਦਾ ਦਿੱਤਾ ਹੋਇਆ ਹੁੰਦਾ ਸੀ ਵੀ 8 ਦਿਨ ਪਹਿਲਾਂ ਆਉਣਾ। ਤੇ ਜੋ 8 ਦਿਨ ਪਹਿਲਾਂ ਨਹੀਂ ਨਾ ਆਉਂਦਾ ਸੀ ਤਾਂ ਬੰਦੇ ਨਾਰਾਜ਼ ਹੁੰਦੇ ਸੀ ਕਿ ਘਰ ਵਾਲਿਆਂ ਨੇ ਨਾਰਾਜ਼ ਹੋ ਜਾਣਾ ਵੀ ਉਹਨੂੰ ਕਿਹਾ ਸੀ ਵੀ 8 ਦਿਨ ਪਹਿਲਾਂ ਆ ਜਾਈਂ ਤੇ ਉਹ ਆਇਆ ਨਹੀਂ ਹੈ। ਤੇ ਹੁਣ ਬੰਦੇ ਕਹਿੰਦੇ ਹੈਗੇ ਆ ਵੀ ਟਾਈਮ ਦੀ ਟਾਈਮ ਘੰਟੇ ਪਹਿਲਾਂ ਹੀ ਕੋਈ ਆਵੇ। ਇਹ ਤਾਂ ਉਹ ਅਗਲੀ ਗੱਲ ਤਾਂ ਜੀ ਮੁੱਕ ਗਈ। ਹੁਣ ਮੈਂ ਵੀ ਬਹੁਤ ਸਾਰੇ ਤਾਂ ਜਿਹੜੇ ਪੁਰਾਣੇ ਵਿਆਹ ਨਾ ਉਹਨਾਂ ਦਾ ਮਤਲਬ ਸੁਣਿਆ, ਪਰ ਜਿਹੜੇ ਆਪਣੀ ਹੋਸ਼ ਦੇਖੇ ਆ ਨਾ ਉਹਨਾਂ 'ਚ ਇਹ ਹਿਸਾਬ ਕਿਤਾਬ ਹੁੰਦਾ ਸੀ ਕਿ ਜਨਾਬ ਦੁੱਧ ਜਿਹੜਾ ਵਾ ਨਾ ਉਹ ਹਰ ਘਰ ਤੋਂ ਇੱਕ ਮੱਝ ਦਾ ਦੁੱਧ ਆ ਜਾਂਦਾ ਸੀ। 5-5 7-7 ਮਣ ਦੁੱਧ ਇਕੱਠਾ ਹੋ ਜਾਂਦਾ ਸੀ। ਵੀ ਘਰ ਵਾਲਿਆਂ ਨੂੰ ਵੀ ਜੇ ਬਰਾਤ ਆਈ ਆ ਉਹਦਾ ਵੀ ਮਸਲਾ ਹੱਲ, ਕੋਈ ਯਾਨੀ ਕਿ ਜਿਹੜਾ ਨਰੌਲਾ ਮੰਜੇ ਫਿਰ ਜਿਹੜੇ ਆ ਨਾ
ਮੰਜੇ ਤੇ ਹਰ ਘਰ ਚੋਂ ਯਾਨੀ ਕਿ ਜਿਹੜਾ ਵਾ ਨਾ ਮੰਜਾ ਬਿਸਤਰਾ ਆ ਜਾਂਦਾ ਸੀ ਉੱਥੇ, ਯਾਨੀ ਕਿ ਜਿਹੜੇ ਕੋਈ 150 ਪੁਰਾਣੇ ਘਰ ਵਾਲੇ, ਵਰਨਾ ਫਿਰ ਨਾਲ ਵਾਲੀਆਂ ਜਿਹੜੀਆਂ ਬੈਠਕਾਂ ਵਾ ਉੱਥੇ ਕੋਈ 5-5 10-10 ਮੰਜੇ ਜਿਹੜੇ ਆ ਨਾ, ਉਹ ਫਿਰ ਸਵੇਰੇ ਨਾਸ਼ਤਾ ਵੀ ਕਰਾਉਂਦੇ ਸੀ, ਨਹਾਉਂਦੇ ਵੀ ਸੀ ਪ੍ਰਾਹੁਣਿਆਂ ਨੂੰ। ਯਾਨੀ ਕਿ ਕੋਈ ਵਿਆਹ ਦੀ ਐਡੀ ਹਰਡਲ ਇਹ ਨਹੀਂ ਹੁੰਦਾ ਸੀ ਮਸਲਾ ਕਿ ਯਾਰ ਇੰਨੇ ਪ੍ਰਾਹੁਣੇ ਆਣੇ ਆ, ਉਹ ਸਾਰੇ ਮੁਸ਼ਤਰਕਾ ਜਿਹਾ ਯਾਨੀ ਕਿ ਜਿਹੜਾ ਵਾ ਨਾ ਵਿਆਹ ਪਿੰਡ ਹੁੰਦਾ ਸੀ, ਉਹ ਸਾਰੇ ਸਾਂਭਦੇ ਸੀ ਪ੍ਰਾਹੁਣਿਆਂ ਨੂੰ, ਤੇ ਬੜਾ ਅੱਛਾ ਸਿਸਟਮ ਨਾਲ ਚੱਲਦਾ ਸੀ। ਆਹ ਤੇ ਰਸਮੋ ਰਿਵਾਜ ਹੋਣੇ ਪਹਿਲਾਂ ਤੋਂ ਜੀ, ਆ ਬੰਨੜਾ ਲੱਗਣਾ ਤੇ ਤੇਲ ਹੋਣਾ, ਬੜੀਆਂ ਰਸਮਾਂ ਤੇ ਹੈ ਉਹ ਸਾਰਾ ਕੁਝ ਖਤਮ ਹੋ ਗਿਆ ਹੈ ਜੀ। ਉਹ ਪਹਿਲੇ ਤੋਂ ਕਹਿੰਦੇ ਸੀ ਮੁੰਡੇ ਨੂੰ ਬਾਹਰ ਨਹੀਂ ਜਾਣ ਦੇਣਾ ਜੀ, ਉਹ ਕੁਹਾੜੀ ਫੜਾਣੀ ਆ, ਚੂਰੀ ਫੜਾਣੀ ਆ, ਉਹ ਗਾਨਾ ਬੰਨਣਾ ਵਾ। ਤੇ ਹੁਣ ਉਹ ਤਾਂ ਜਦੋਂ ਬਰਾਤ ਤਿਆਰ ਹੋਦੀ ਹੁੰਦੀ ਹੈ ਸਭ ਤੋਂ ਲੇਟ ਉਹੀ ਹੁੰਦਾ, ਕਹਿੰਦੇ ਅਫੀਸ਼ੀਅਲ ਕਰਾਉਣ ਗਿਆ ਲਾੜਾ, ਮੇਕਅਪ ਵੀ ਬੜਾ, ਉਹਦਾ ਮੇਕਅਪ ਵੀ, ਬਾਕੀ ਸਾਰੀ ਬਰਾਤ ਤਿਆਰ ਹੋ ਜਾਂਦੀ ਹੈ। ਉਹ ਕਹਿੰਦੇ ਜੀ ਉਹ ਮੁੰਡੇ ਦੇ 5-4 ਬੇਲੀ ਨਹੀਂ ਆਏ ਤੇ ਮੁੰਡਾ ਨਹੀਂ ਆਇਆ, ਉਹ ਨਸ਼ਹਿਰ ਵਾਲੇ ਹਮਾਮ ਦੇ ਨਾ ਅਫੀਸ਼ੀਅਲ ਕਰਵਾ ਰਿਹਾ ਵਾ। ਡਾਕਟਰ ਸਾਹਿਬ ਪਹਿਲਾਂ ਤਾਂ ਬਰਾਤਾਂ ਵੀ ਕਹਿੰਦੇ 10-10 ਦਿਨ 15-15 ਦਿਨ 20-20 ਦਿਨ ਜਿਹੜਾ ਆ ਉਹ ਪਈਆਂ ਰਹਿੰਦੀਆਂ। ਹਾਂ ਪਹਿਲੇ ਸੁਣਿਆ ਵਾ, ਲੇਕਿਨ ਅਸੀਂ ਤਾਂ ਜ਼ਿਆਦਾ 2 ਰਾਤਾਂ ਵਾਲੀ ਬਰਾਤ ਜਿਹੜੀ ਆ ਨਾ ਦੇਖੀ ਆ। ਵੈਸੇ ਸੁਣਿਆ ਵਾ ਕਿ ਪਹਿਲੇ 6-6 7-7 ਦਿਨ ਵੀ ਬਰਾਤਾਂ ਜਿਹੜੀਆਂ ਨਾ, ਪਹਿਲੋਂ ਦੱਸਦੇ ਆ ਵੀ ਹਿੰਦੁਸਤਾਨ ਜਦੋਂ ਨਾ ਗੱਡਿਆਂ ਤੇ ਜਾਂਦੀਆਂ ਹੁੰਦੀਆਂ ਸੀ ਬਰਾਤਾਂ। ਮੇਰੇ ਤਾਂ ਆਪਣੇ ਜੀ ਗੱਡੇ ਹਾਂ ਗੱਡਿਆਂ ਤੇ ਫਿਰ ਉਸ ਤਰ੍ਹਾਂ, ਬਲਕਿ ਸਾਡੇ ਚਾਚਾ ਜੀ ਇੱਕ ਬੜੀ ਦਿਲਚਸਪ ਬਰਾਤ ਦੀ ਕਹਾਣੀ ਸੁਣਾਉਂਦੇ ਹੁੰਦੇ ਸੀ। ਉਹ ਕਹਿੰਦੇ ਕਿ ਨਾ ਅਗਲਿਆਂ ਨੇ ਸ਼ਰਤ ਰੱਖ ਦਿੱਤੀ ਕਿ ਬਰਾਤ ਜਿਹੜੀ ਹੈ ਨਾ, ਇੱਕ ਤਾਂ ਘੋੜੀਆਂ ਤੇ ਜਾਏ ਤੇ ਇੱਕ ਸ਼ਲਵਾਰਾਂ ਪਾਈਆਂ ਹੁਣ ਸਾਰੇ ਬਰਾਤੀਆਂ ਨੇ। ਉਸ ਜ਼ਮਾਨੇ ਸ਼ਲਵਾਰ ਤੇ ਕਹਿੰਦੇ ਘੋੜੀਆਂ ਤਾਂ ਕੋਈ ਨਹੀਂ, 5-7 ਪਿੰਡਾਂ 'ਚ ਘੋੜੀਆਂ ਤਾਂ ਹੋ ਗਈਆਂ ਇਕੱਠੀਆਂ, ਤੇ ਪਰ ਸ਼ਲਵਾਰਾਂ ਦਾ ਬੜਾ ਰੌਲਾ ਬਣਿਆ। ਮੈਂ ਕਿਹਾ ਜੀ ਅਸੀਂ ਸ਼ਲਵਾਰਾਂ, ਕਹਿੰਦੇ ਵੀ ਸ਼ਲਵਾਰਾਂ ਬਹੁਤ ਘੱਟ, ਫਿਰ ਕਈਆਂ ਨੇ ਸਵਾਈਆਂ, ਫਿਰ ਕਹਿੰਦੇ ਜੇ ਹੁੰਦੀ ਬੰਨਣੀ ਨਹੀਂ ਆਉਂਦੀ ਸੀ ਹੈ, ਉਹ ਬੜਾ ਰੌਲਾ ਜਿਹੜਾ ਵਾ ਨਾ। ਫਿਰ ਕਹਿੰਦੇ ਵੀ ਬਰਾਤ ਇੰਝ ਸੀ ਵੀ ਇੱਕ ਪਿੰਡ 'ਚ ਵੜਦੀ ਸੀ ਤੇ ਪਿਛਲੇ ਤੀਸਰੇ ਪਿੰਡ 'ਚੋਂ ਹਲੇ ਨਿਕਲ ਰਹੀ ਹੁੰਦੀ ਸੀ ਘੋੜੀਆਂ ਦੀ, ਇੰਨੀ ਲੰਬੀ ਜਿਹੜੀ ਹੈ ਨਾ ਲਾਈਨ ਲੱਗੀ ਹੋਈ ਸੀ। ਇੱਕ ਹੋਰ ਬਰਾਤ ਦਾ ਬੜਾ ਦਿਲਚਸਪ ਦਾ ਕਿੱਸਾ ਬਜ਼ੁਰਗ ਸੁਣਾਉਂਦੇ ਆ ਵੀ ਉਹ ਅਗਲਿਆਂ ਨੇ ਨਾ, ਉਹਨੇ ਕਿਹਾ ਜੀ ਉਹ ਫਲਾਂ ਕੰਜਰੀ ਜਿਹੜੀ ਹੈ ਨਾ ਉਹ ਆਉਣੀ ਚਾਹੀਦੀ ਆ ਬਰਾਤ ਦੇ ਨਾਲ। ਉਹ ਕਹਿੰਦੇ ਬਰਾਤ ਚੱਲੀ 250 ਬੰਦਾ ਸੀ, ਤੇ ਜਦੋਂ ਉੱਥੇ ਪਹੁੰਚੀ ਨਾ ਉਦੋਂ 5-7 ਹਜ਼ਾਰ ਬੰਦਾ ਜਿਹੜਾ ਕੰਜਰੀ ਦੇ ਨਾਲ ਰਲਦਾ ਚੱਲ ਗਿਆ ਹਰ ਜਗ੍ਹਾ ਤੇ। ਉਹਦੇ ਕਹਿੰਦੇ ਉਹ ਜਿਹੜਾ 3 ਦਿਨਾਂ ਦੀ ਰੋਟੀ ਸੀ ਨਾ, ਉਹ ਇੱਕੋ ਡੰਗ 'ਚ ਹੀ ਹੋ ਗਈ ਪੂਰੀ। ਉਹ ਉਹਨਾਂ ਨੂੰ ਤਾਂ ਪੈ ਗਏ ਲਾਲੇ, ਉਹਨਾਂ ਨੇ ਕਿਹਾ ਵੀ ਰੋਟੀ, ਡੰਗਰਾਂ ਦੇ ਪੱਠਿਆਂ ਦਾ ਬੜਾ ਮਸਲਾ ਹੁੰਦਾ ਸੀ, ਘੋੜੀਆਂ ਦੇ ਉਹ ਭਾਈ ਸਾਰੇ ਪਿੰਡ ਜਿਹੜਾ ਵਾ ਨਾ ਪੱਠੇ ਵੱਢਣ ਤੇ ਲੱਗਿਆ ਹੈ, ਤੇ ਆਲੇ ਦੁਆਲੇ ਨਾਲ ਵਾਲੇ ਪਿੰਡਾਂ 'ਚੋਂ ਯਾਨੀ ਕਿ ਜਿਹੜਾ ਵਾ ਨਾ ਪੱਠੇ ਲਿਆ ਕੇ ਉਹਨਾਂ ਨੂੰ ਯਾਨੀ ਕਿ ਜਿਹੜਾ ਉਹਨਾਂ ਦਿੱਤੇ। ਤੇ ਉਸ ਤੋਂ ਬਾਅਦ ਫਿਰ ਕਿਸੇ ਨੇ ਇਹ ਸ਼ਰਤ ਨਹੀਂ ਰੱਖੀ ਕਿ ਫਲਾਂ ਕੰਜਰੀ ਜਿਹੜੀ ਉਹ ਪਿੰਡਾਂ ਵਾਲੇ ਤਾਂ ਜੀ ਜਦੋਂ ਰਲ ਜਾਂਦੇ ਹੁੰਦੇ ਸੀ, ਕੋਈ ਇਹੋ ਜਿਹੀ ਗੱਲ ਬਣ ਕੇ ਪੂਰੇ ਪਿੰਡ ਨੇ ਇਕੱਠਾ ਹੋ ਗਿਆ ਜੀ, ਭੁਗਤਾ ਦੇਣਾ ਤੇ ਕਿਸੇ ਨੂੰ ਰੌਲਾ ਹੀ ਨਹੀਂ ਹੁੰਦਾ ਸੀਗਾ। ਮੇਰੇ ਤਾਂ ਆਪਣੇ ਅੱਬੇ ਦੀ ਸ਼ਾਦੀ ਜੀ ਪਿੰਡ ਦੇ ਵਿੱਚ ਹੀ ਹੋਈ ਨਾ, ਇੱਥੇ ਹੀ। ਉਹ ਕਹਿੰਦੇ ਜਦੋਂ ਗੱਡਿਆਂ ਤੇ ਬਰਾਤ ਗਏ ਜੀ, ਤੇ ਉੱਥੇ ਜਨਾਬ ਜੀ ਉਹ ਮੀਂਹ ਪੈਣਾ ਸ਼ੁਰੂ ਹੋ ਗਿਆ, ਤੇ ਕੱਚੇ ਰੋਡ ਸੀ ਜੀ, ਮੈਂ ਤੇ ਉਹ ਭਰ ਗਏ ਜੀ ਕਹਿੰਦੇ ਪਾਣੀ ਨਾਲ। ਉੱਥੋਂ ਨਾ ਕੋਈ ਗੱਡਾ ਲੰਗੇ, ਨਾ ਕੋਈ ਗੱਲ ਨਾ ਬਾਤ, ਕਹਿੰਦੇ ਟੋਕਰਿਆਂ ਦੇ ਵਿੱਚ ਦੁਬਾਰਾ ਚੱਕ ਕੇ ਸਿਰਾਂ ਤੇ ਬੰਦਿਆਂ ਨੇ ਘਰ ਬਰਾਤ ਇਹ ਬੜਾ ਦਿਲਚਸਪ। ਅੱਛਾ ਫਿਰ ਰੋਟੀ ਦਾ ਇਹ ਹੁੰਦਾ ਸੀ ਪਹਿਲੇ ਨਾ, ਉਹ ਸੇਵੀਆਂ ਹੁੰਦੀਆਂ ਸੀ, ਬੂਰਾ ਹੁੰਦਾ ਸੀ, ਕੀ ਹੁੰਦਾ ਸੀ ਉਹ, ਯਾਨੀ ਕਿ ਇਹ ਅਸੀਂ ਤਾਂ ਐਵੇਂ ਇੱਕ ਅੱਧੇ 'ਚ ਹੀ ਦੇਖਿਆ, ਸਾਡੇ ਤੋਂ ਪਹਿਲੇ ਜ਼ਿਆਦਾਤਰ ਦੱਸਦੇ ਆ ਵੀ ਇਹ ਹਿਸਾਬ। ਅਸੀਂ ਤਾਂ ਫਿਰ ਉਹ ਦੇਖਿਆ ਨਾ ਕਿ ਉਹ ਬਾਲਟੀ 'ਚ ਸਾਲਣ ਤੇ ਉਹ ਸ਼ੋਰਾ ਪਾਈ ਜਾ ਰਹੇ, ਇੱਕ ਬੋਟੀ ਜਿਹੜੀ ਹੈ ਨਾ ਉਹ ਪਾਈ ਜਾ ਰਹੇ ਆ। ਫਿਰ ਜਲੇਬੀਆਂ ਤੇ ਲੱਡੂ ਵਾਲਾ ਜਿਹੜਾ ਸਵੇਰੇ ਨਾਸ਼ਤਾ ਆਉਂਦਾ ਸੀ, ਰਸਾਂ ਦਾ, ਚਾਹ ਦਾ, ਨਾਲ ਜਲੇਬੀਆਂ ਲੱਡੂ ਵਗੈਰਾ। ਉਹ ਫਿਰ ਹਲਵਾਈ ਆਉਂਦਾ ਸੀ ਨਾ, ਫਿਰ ਕਈ ਬੰਦੇ ਜਿਹੜੇ ਜ਼ਿਆਦਾ ਸ਼ੌਕੀਨ ਹੁੰਦੇ ਸੀ ਉਹ ਫਿਰ ਦੇਸੀ ਘਿਓ ਦੀਆਂ ਆਪਣੀਆਂ ਜਲੇਬੀਆਂ ਫਿੱਕੀਆਂ ਕਢਾ ਲੈਂਦੇ ਸੀ, ਫਿਰ ਉਹ ਮਹੀਨਾ ਸਾਰਾ ਨਾ ਉਹ ਖਾਂਦੇ ਰਹਿੰਦੇ ਸੀ ਬੜਾ। ਅੱਛਾ ਰੱਖ ਲੈਂਦੇ ਸੀ। ਹਾਂ ਉਹ ਫਿਰ ਚਾਸ ਬਣਾਣੀ ਨਹੀਂ ਉਹਦੇ 'ਚ ਉਹ ਚਾਸ ਵਾਲੀਆਂ ਨਹੀਂ ਹੁੰਦੀਆਂ, ਉਹ ਜਲੇਬੀਆਂ ਜਿਹੜੀਆਂ ਉਹਨਾਂ ਮਿੱਠੇ ਤੋਂ ਬਗੈਰ ਹੀ ਉਹ ਇਸ ਤਰ੍ਹਾਂ ਸਿਰਫ ਉਹ ਘਿਓ 'ਚ ਨਾ ਫਰਾਈ ਉਹਨਾਂ ਨੂੰ ਫਿਰ ਨਾਲ ਮਿੱਠੇ ਨਾਲ ਖਾਂਦੇ ਰਹਿੰਦੇ ਸੀ, ਉਹ ਬੜਾ ਮਜ਼ੇਦਾਰ ਕਿਸਮ ਦਾ। ਹਾਂ ਉਹ ਬੜਾ ਇਹੋ ਦੁੱਧ ਮਿੱਠਾ ਵਿੱਚੋਂ ਪਾਈ ਤੇ ਹੈ, ਬੜਾ ਸਵਾਦੀ ਕੰਮ ਹੁੰਦਾ ਸੀਗਾ ਉਹ ਤਾਂ। ਫਿਰ ਹੈ ਕਿਆ ਅਸੀਂ ਤਾਂ ਇਹੀ ਦੇਖਿਆ ਪਹਿਲਾਂ, ਰੋਟੀ ਜਿਹੜੀ ਹੈ ਜੀ ਇੱਕ ਬੰਦਾ ਬਾਲਟੀ ਚੱਕੀ ਫਿਰ ਰਿਹਾ, ਦਰੀਆਂ ਵਿਛੀਆਂ ਹੋਈਆਂ ਜੀ, ਉਹ ਪਾਈ ਜਾ ਰਿਹਾ ਜੀ। ਹੈ ਹੁਣ ਜੀ ਕੰਮ ਵੀ ਮਹਿੰਗੇ ਹੋ ਗਏ ਫਿਰ। ਹਾਂ ਔਰ ਰਾਜਪੂਤਾਂ ਦੀ ਬਰਾਤਾਂ 'ਚ ਇੱਕ ਹੋਰ ਪਤਾ ਨਹੀਂ ਦੂਸਰੀ ਬਰਾਤਾਂ 'ਚ ਤਾਂ ਐਡਾ ਦਿਮਾਗ ਨਹੀਂ ਹੋਇਆ ਜਾਣੇ ਦਾ, ਉਹ ਹੁੰਦਾ ਸੀ ਉਹ ਕਹਿੰਦੇ ਹੁੰਦੇ ਸੀ ਵੀ ਉਹ ਲੱਡੂਆਂ ਦੀ ਇੱਕ ਕੁਝ ਜਾਇਜ਼ਾ ਦਿੰਦੇ ਸੀ। ਫਿਰ ਉਹ ਬਰਾਤੀਆਂ ਨੂੰ ਨਾ ਸਾਰਿਆਂ ਨੂੰ ਆਪਣੀ ਹੈਸੀਅਤ ਦੇ ਮੁਤਾਬਕ, ਕਈ ਤਾਂ ਬੰਦੇ ਯਾਨੀ ਕਿ ਗਰਮ ਚਾਦਰਾਂ ਖੇਸ ਤੱਕ ਦਿੰਦੇ ਸੀ, ਰੁਮਾਲ ਦਿੰਦੇ ਸੀ। ਫਿਰ ਜਿਹੜੇ ਜ਼ਰਾ ਮਾੜੇ ਉਹ ਛੋਟੇ ਜਿਹੇ ਰੁਮਾਲ ਹਰ ਬਰਾਤੀ ਨੂੰ ਰੁਪਈਆ ਵੀ ਉਹਨੂੰ ਦਾਤ ਕਹਿੰਦੇ ਸੀ ਮੇਰੇ ਖਿਆਲ ਆ, ਹੈ ਦਾਤ ਭਾਤ ਹੈ ਭਾਤ ਤਾਂ ਉਹ ਵੈਸੇ ਹੁੰਦਾ ਇਹ ਦਾਤ। ਤੇ ਦਾਤ ਕਿਤਨਾ ਦੀ ਹੈ ਜੀ 500 ਰੁਪਈਆ ਦੀ ਹੈ ਜਾਂ 200 ਰੁਪਈਆ ਦੀ ਹੈ। ਉਹ ਫਿਰ ਨਾ
ਉਹ ਇਸ ਤਰ੍ਹਾਂ 5-5 10-10 ਰੁਪਏ ਹਰ ਬਰਾਤੀ ਨੂੰ ਮਿਲਦੇ ਸੀ ਤੇ ਉਹ ਰੁਮਾਲ ਮਿਲਦੇ ਸੀ। ਫਿਰ ਉਹ ਇੱਕ ਹੁੰਦਾ ਸੀ ਲੱਡੂਆਂ ਵਗੈਰਾ ਦਾ ਕੁੱਜਾ ਜਾਂ ਉਹ ਫਿਰ ਫਿਰ ਉਹਦੇ ਵੰਡ ਵਟਾਈਏ 'ਚ ਬੜਾ ਰੌਲਾ ਪੈਂਦਾ ਸੀ ਬੱਸ ਬੁੱਸੇ 'ਚ ਵੀ ਕੌਣ ਜਿਹੜਾ ਨਾ ਕੌਣ ਕੁੱਜਾ ਲੈ ਕੇ ਦੌੜ ਗਿਆ ਤੇ ਕਿਹਨੇ ਕਰਦਾ। ਉਹ ਬੜੇ ਯਾਨੀ ਬੜੇ ਤਮਾਸ਼ੇ ਹੁੰਦੇ ਸੀ। ਹਾਂਜੀ ਸਪੀਕਰ ਵਾਲਾ ਜਿਹੜਾ ਸਪੀਕਰ ਵਾਲੇ ਨੇ ਆ ਕੇ ਬਹਿਣਾ ਆਪਣਾ ਉੱਤੇ 3 ਦਿਨ ਪਹਿਲੇ ਮੰਜੇ ਤੇ ਸਪੀਕਰ ਲੱਗਾ ਜੀ ਤੇ ਚੱਲ ਰਿਹਾ ਜੀ ਕੰਮ। ਜਲੇਬੀਆਂ ਨਿਕਲੀਆਂ, ਜਲੇਬੀ ਬੜੀ ਇੱਕ ਕੜਾ ਹਲਵਾ ਤੇ ਇੱਕ ਜਿਹੜਾ ਆ ਉਹ ਦੇਸੀ ਘਿਓ ਦਾ ਤੇ ਉੱਤੇ ਇੱਕ ਜਲੇਬੀ। ਇਹ ਤਾਂ ਬੜੀ ਸਗਾਤ ਸੀਗੀ ਵਿਆਹ ਦੀ। ਬਿਲਕੁਲ ਉਹ ਬਹੁਤ ਜ਼ਿਆਦਾ ਯਾਨੀ ਕਿ ਜਿਹੜੀਆਂ ਚੀਜ਼ਾਂ ਹੈ ਸੀ ਨਾ ਵੀ ਇੱਕ ਸਪੀਕਰ ਦਾ ਸੀ, ਫਿਰ ਜਿਹੜਾ ਵਾ ਜਲੇਬੀਆਂ ਵਾਲਾ ਜਿਹੜਾ ਵਾ ਇਹ ਹੈ ਸੀ। ਤੇ ਫਿਰ ਇਸ ਤੋਂ ਇਲਾਵਾ ਜਿਹੜਾ ਵਾ ਨਾ ਉਹ ਦੁੱਧ ਬਹੁਤ ਹੁੰਦਾ ਸੀ। ਦੁੱਧ ਸੋਡਾ ਬੜਾ ਚੱਲਦਾ ਸੀ। ਬੋਤਲਾਂ ਤਾਂ ਉਹ ਸਸਤੀ ਜਿਹੀਆਂ ਸੀ ਕਿ ਲਾਲੇ ਰੰਗ ਦੀ ਉਹ ਮਿਲਾ ਦਿੰਦੇ ਸੀ ਤੇ ਦੁੱਧ ਯਾਨੀ ਕਿ ਜਿਹੜਾ ਵਾ ਨਾ ਗਰਮੀਆਂ 'ਚ ਜਿਹੜਾ ਸਰਦੀਆਂ 'ਚ ਚਾਹ ਵਾਲਾ ਸਿਸਟਮ ਚੱਲਦਾ ਰਹਿੰਦਾ ਸੀ। ਉਹ ਬੜਾ ਇੱਕ ਈਵੈਂਟ ਜਿਹੜਾ ਨਾ ਵਿਆਹ ਵਾਲਾ ਕਈ ਦਿਨ ਤੱਕ ਜਿਹੜਾ ਨਾ। ਅੱਛਾ ਉਹ ਮੈਂ ਇੱਕ ਸੁਣਿਆ, ਮੈਂ ਖੈਰ ਇਹ ਜਿਹੜੀ ਬਰਾਤਾਂ ਰਣ ਸਭ ਵੀ ਜਾਂਦੀਆਂ ਸੀਗੀਆਂ 10-10 ਦਿਨ ਜਾਂ 15-15 ਦਿਨ ਰਹਿੰਦੀਆਂ ਸੀਗੀਆਂ। ਉਹ ਖੈਰ ਉਹ ਮੇਰੇ ਉਹਦੇ 'ਚ ਤਾਂ ਉਹ ਕੋਈ ਨਹੀਂ ਹੈ, ਮੈਂ ਨਹੀਂ ਦੇਖਿਆ। ਮੈਂ ਤਾਂ ਦੂਜਾ ਹੀ ਸਿਸਟਮ ਦੇਖਿਆ ਹੈਗਾ। ਪਰ ਆ ਸ਼ਾਦੀ ਵਾਲਾ ਤਾਂ ਹੁਣ 5-7 ਸਾਲਾਂ ਤੋਂ ਸ਼ੁਰੂ ਹੋਇਆ ਵੀ ਅਸੀਂ ਘਰ ਨੂੰ ਕੰਡ ਕਰਕੇ ਵੀ ਉਹ ਕਹਿੰਦੇ ਆ ਵੀ ਉੱਥੇ ਉਹ ਜਦੋਂ ਬਰਾਤ ਜਾਂਦੀ ਹੁੰਦੀ ਸੀ ਇੰਨੇ ਦਿਨ ਰਹਿੰਦੀ ਸੀਗੀ। ਉਹ ਕਹਿੰਦੇ ਕੋਈ ਉਹ ਵੀ ਸਿੱਟਦੇ ਹੁੰਦੇ ਸੀਗੇ, ਕੋਈ ਉੱਤੇ ਕੋਈ ਝੋੜਾ ਸਿੱਟਤਾ, ਰੰਗ ਸਿੱਟਤਾ। ਮੈਂ ਉਹੀ ਗੱਲ ਕਰਨ ਲੱਗਾ ਵੀ ਕਈ ਤਾਂ ਯਾਰ ਇੰਨੀਆਂ ਖੌਫਨਾਕ ਕਿਸਮ ਦੀਆਂ ਬਰਾਤਾਂ ਸੀ ਨਾ, ਖਾਸ ਤੌਰ ਤੇ ਕਰਨਾਲ ਜਾਂ ਉਸ ਤੋਂ ਉੱਪਰ ਵਾਲੇ ਲਿਆਂਦੀ ਨਾ, ਉੱਥੇ ਤਾਂ ਜਿਹੜਾ ਵਾ ਨਾ ਰੰਗ ਤੇ ਝੋੜਾ ਤੇ ਉਹ ਸੂਏ ਤੱਕ, ਬਲਕਿ ਕਈ ਬੰਦੇ ਤਾਂ ਯਾਨੀ ਕਿ ਜਦੋਂ ਇੱਕ ਉਸ ਇਲਾਕੇ ਚਲੇ ਜਾਂਦੇ ਸੀ ਬਰਾਤ ਨੂੰ ਅੱਗੇ ਫਿਰ ਮੂੰਹ ਨਹੀਂ ਕਰਦੇ ਸੀ ਦੋ ਬਰਾਤਾਂ ਤੇ। ਹਾਂ ਉਹ ਕਹਿੰਦੇ ਗਲੀ ਚੋਂ ਲੰਘਣਾ ਤੇ ਉਹ ਲੋਕਾਂ ਨੇ ਉੱਤੋਂ ਰੰਗ ਸਿੱਟ ਦੇਣਾ ਤੇ ਉਹ ਜਦੋਂ ਨਾਲ ਕੱਪੜਾ ਤਾਂ ਉਂਝ ਹੀ ਨਹੀਂ, ਥੋੜੇ ਇੱਕ ਸੂਟ ਨਜ਼ਰ ਰੱਖਦੇ ਸੀ ਖਾਸ ਤੌਰ ਤੇ ਕੋਈ ਚਿੱਟੇ ਕੱਪੜਿਆਂ ਵਾਲਾ ਨਾ ਵੀ ਇਹਨੂੰ ਜ਼ਰੂਰੀ ਨਹੀਂ ਕਿ ਜਿਹੜਾ। ਅੱਛਾ ਫਿਰ ਬਰਾਤਾਂ 'ਚ ਬੜੀ ਤਿਆਰੀ ਦਾ ਬੜਾ ਦਿਲਚਸਪ ਹੁੰਦਾ ਸੀ ਮਰਲਾ। ਹੁਣ ਕੱਪੜੇ ਕੁਪੜੇ ਤੇ ਇੰਨੇ ਜ਼ਿਆਦਾ ਬਹੁਤੇ ਲੋਕਾਂ ਕੋਲ ਹੁੰਦੇ ਨਹੀਂ ਸੀ। 2-4 ਬੰਦੇ ਹੁੰਦੇ ਸੀ ਜਿਨ੍ਹਾਂ ਕੋਲ ਜ਼ਰਾ ਸਾਫ਼ ਸੁਥਰੇ ਕੱਪੜੇ। ਫਿਰ ਉਹਨਾਂ ਕੋਲੋਂ ਜੀ ਉਹ ਚਾਦਰਾ ਕੁੜਤਾ ਮੰਗ ਲਿਆ, ਫਿਰ ਜੁੱਤੀ ਮੰਗ ਲਈ। ਉਹ ਯਾਨੀ ਕਿ ਬਰਾਤ ਅਗਰ 100 ਬੰਦਿਆਂ ਦੀ ਹੈ ਨਾ ਤੇ 70 ਬੰਦੇ ਬਰਾਤੀ ਐਸੇ ਹੁੰਦੇ ਸੀ ਵੀ ਜਿਨ੍ਹਾਂ ਕੋਲ ਨਾ ਆਪਣੀ ਜੁੱਤੀਆਂ ਕੱਪੜੇ ਕੋਈ ਨਹੀਂ, ਉਹਨਾਂ ਦੇ ਨਾਲੋਂ ਮੰਗਣੇ ਨਾਲ ਵਾਲੇ ਯਾਨੀ ਕਿ ਜਿਹੜਾ ਵਾ ਨਾ ਉਹਨੇ ਕਹਿਣਾ ਚਾਦਰਾ ਦਿਓ ਤੇ ਆਪਣਾ ਜਿਹੜਾ ਵਾ ਨਾ ਜੋ ਜੁੱਤੀ ਪਲਾਨ ਇਹ ਆਪਣਾ ਨਹਾ ਧੋ ਕੇ ਤੇ ਮੈਨੂੰ ਇੱਕ ਅੰਗ ਜਿਹੜਾ ਨਾ ਜੀ ਵਿਆਹ ਦਾ ਉਹ ਹੈ ਤਾਂ ਥੋੜਾ ਜਿਹਾ ਹੋਆ, ਲੇਕਿਨ ਉਹ ਮੈਨੂੰ ਉਹ ਬੜਾ ਸਵਾਦ ਦਿੰਦਾ ਸੀ ਵੀ ਮੈਂ ਜਿਹੜਾ ਸੁਣਿਆ ਵੀ ਅੱਜ ਦੇਖਿਆ ਵੀ ਵਿਆਹ ਦੇ ਉੱਤੇ ਨਾ ਜਾਂ ਫੁੱਫੀ ਜਾਂ ਚਾਚਾ ਇੱਕ ਨਾਰਾਜ਼ ਆ ਜੀ ਹੈ ਉਹਨੇ ਜੇ ਉਹ ਨਹੀਂ ਉਹਦੇ ਤੋਂ ਬਗੈਰ ਤਾਂ ਵਿਆਹ ਹੀ ਨਹੀਂ ਨਾ ਹੈ ਜੇ ਉਹ ਨਾਰਾਜ਼ ਨਹੀਂ ਹੈਗਾ ਜੀ। ਅੱਛਾ ਪਤਾ ਨਹੀਂ ਕਿਆ ਹੁੰਦਾ ਵੀ ਉਹ ਪਹਿਲੇ ਸਾਰਾ ਕੁਝ ਸਿਸਟਮ ਨਾ ਠੀਕ ਚੱਲੀ ਜਾ ਰਿਹਾ ਵਾ, ਆ ਰਹੇ ਆ ਜਾ ਰਹੇ ਆ। ਉਹ 3 ਕੁ ਦਿਨ ਪਹਿਲੇ ਯਾਨੀ ਕਿ ਜਿਹੜਾ ਵਾ ਨਾ ਜਦੋਂ ਇੱਕ ਕਿਸਮ ਦੀ ਮੁਸ਼ਤਰਕਾ ਰੋਟੀ ਜਿਹਦਾ ਸਿਲਸਿਲਾ ਉਹ ਪਤਾ ਲੱਗਦਾ ਸੀ ਜੀ ਆ ਫਲਾਂ ਜਿਹੜਾ ਵਾ ਨਾ ਵੀ ਚਾਚਾ ਆ ਤਾਇਆ ਆ ਉਹ ਇਹ ਨਾਰਾਜ਼ ਆ, ਉਹ ਵਿਆਹ ਬੰਦ ਕਰ ਦਿੰਦੇ ਜਾਣਾ। ਹੁਣ ਜੀ ਉਹ ਅੱਗ ਪ੍ਰਾਹੁਣੇ ਆਣੇ ਸ਼ੁਰੂ ਹੋ ਜਾਣੇ। ਫਿਰ ਉਹਨਾਂ ਨੇ ਜੀ ਇੱਕ ਗਿਆ ਦੂਸਰਾ ਗਿਆ ਜੀ ਬੁਲਾ ਕੇ ਲਿਆਓ ਜੀ ਹੈ ਜਿਹੜੇ ਨੇ ਆਣਾ ਉਹਦੀ ਡਿਊਟੀ ਵੀ ਫਲਾਣਾ ਨਹੀਂ ਆਇਆ, ਉਹ ਕਹਿੰਦੇ ਚਲੋ ਚੱਲੀਏ ਮਨਾਉਣ। ਉਹ ਹੁੰਦਾ ਇਹ ਨਹੀਂ ਹੁੰਦਾ ਸੀ ਵੀ ਯਾਰ ਵੀ ਇਹ ਤੁਹਾਡਾ ਰੌਲਾ ਤੁਸੀਂ ਜਾਣੋ, ਹਰ ਇੱਕ ਮਹਿਮਾਨ ਆਪਣੀ ਜ਼ਿੰਮੇਵਾਰੀ। ਫਿਰ ਆਖਿਰਕਾਰ ਨਾ ਜਾਂ ਤਾਂ ਵਿਆਹ ਵਾਲੀ ਕੁੜੀ ਆ ਜਿਹੜੀ ਉਹਨੂੰ ਜਾਣਾ ਪੈਂਦਾ ਸੀ, ਜਾਂ ਵਿਆਹ ਵਾਲਾ ਮੁੰਡਾ ਜਿਹੜਾ ਵਾ ਨਾ ਉਹ ਜਾਂਦੇ ਫਿਰ ਕਹਿੰਦੇ ਸੀ ਹੁਣ ਤਾਂ ਵਿਆਹ ਵਾਲਾ ਹੀ ਆਪ ਆ ਗਿਆ ਜਾਂ ਧੀ ਆ ਨਹੀਂ ਧੀ ਆ ਗਈ। ਜਦੋਂ ਧੀ ਆ ਜਾਣੀ ਨਾ ਜੀ ਫਿਰ ਉਹ ਫਿਰ ਇੰਜ ਹੋਣਾ ਵੀ ਜਿਵੇਂ ਕਦੇ ਲੜੇ ਨਹੀਂ ਸੀ। ਉਹ ਫਿਰ ਇੰਜ ਲੱਗਦਾ ਸੀ ਵੀ ਇਹ ਇੰਤਜ਼ਾਰ ਹੀ ਕਰ ਰਹੇ ਸੀ ਕਿ 3 ਦਿਨ ਉਹ ਕੰਮ ਜੀ ਉਸ ਤੋਂ ਬਗੈਰ ਵਿਆਹ ਫੱਬਦਾ ਵੀ ਕੋਈ ਨਹੀਂ ਸੀਗਾ ਹੈ ਵੀ ਇੱਕ ਬੰਦਾ ਉਹ ਘਰ ਜੇ ਕੋਈ ਕਰਨ ਲੱਗਣਾ ਨਾ ਤੇ ਉਹਨਾਂ ਨੇ ਕਹਿਣਾ ਵੀ ਯਾਰ ਫੁੱਫੀ ਤਾਂ ਹੈ ਨਹੀਂ ਜਾਂ ਚਾਚਾ ਤਾਂ ਹੈ ਨਹੀਂ, ਇਹ ਕਿਆ ਕਰੀਏ। ਅੱਛਾ ਸਾਡੇ ਨਾ ਉਸ ਗੋਜਰੇ ਗੁਆਂਢੀ ਨਾ ਜੱਟ ਸੀ। ਮੈਂ ਬਹੁਤ ਛੋਟਾ ਜਿਹਾ, ਮੈਨੂੰ ਨਾ ਇੱਕ ਵਿਆਹ ਦਾ ਥੋੜਾ ਜਿਹਾ ਯਾਦ ਹੈ ਕਿ ਉਹ ਜਦੋਂ ਬਰਾਤ ਚਲੀ ਜਾਂਦੀ ਸੀ ਨਾ ਉਸ ਤੋਂ ਬਾਅਦ ਵੀ ਉਹ ਜਦੋਂ ਤੱਕ ਬਰਾਤ ਵਾਪਸ ਨਹੀਂ ਆਉਂਦੀ ਸੀ ਤੇ ਉਹ ਨੱਚਣ ਗਾਣ ਦਾ ਬੜਾ ਯਾਨੀ ਕਿ ਜਿਹੜਾ ਬਣਾ ਰਹਿੰਦਾ ਸੀ ਬੜਾ। ਤੇ ਉਹ ਜਿਹੜੇ ਪੰਜਾਬੀ ਫਿਲਮਾਂ 'ਚ ਨਜ਼ਰ ਆਉਂਦਾ ਨਾ ਯਾਨੀ ਕਿ ਗਾਣਿਆਂ ਗੂਣਿਆਂ ਵਾਲਾ ਸਿਸਟਮ, ਤੇ ਉਹ ਬਿਲਕੁਲ ਉਸ ਤਰ੍ਹਾਂ ਦੇ ਕਲਚਰ ਦੇ, ਕਿਉਂਕਿ ਲੁਧਿਆਣੇ ਦੇ ਸੀ ਉਹ ਵੀ ਹੈ ਤੇ ਫਿਰ ਜੱਟ ਵੀ ਸੀ। ਤੇ ਉਹਨਾਂ ਦੇ ਬੜਾ ਵਿਆਹਾਂ 'ਤੇ ਨਾ ਇੱਕ ਹੁੰਦਾ ਸੀ ਵੀ ਸਹੀ ਯਾਨੀ ਕਿ ਜਿਹੜਾ ਵਾ ਨਾ ਗਿੱਧੇ ਦਾ ਤੇ ਦੂਸਰੇ ਜਿੰਨੇ ਵੀ ਯਾਨੀ ਕਿ ਹਾਂਜੀ ਗਿੱਧਾ ਕਿਕਲੀ ਕਲੀਰ ਤੇ ਪਤਾ ਨਹੀਂ ਕੀ ਕੀ ਹੁੰਦਾ ਸੀ। ਉਹ ਟਾਈਮ ਬੜਾ ਭਲਾ ਆ ਹੁਣ ਤਾਂ ਉਹ ਭਾਈ ਕੇਸਟ ਤੇ ਆ ਗਿਆ ਫਿਰ ਜਿਹੜਾ ਵਾ
ਫਿਰ ਹੁਣ ਤਾਂ ਮੋਬਾਈਲ ਆ ਗਿਆ ਉਹਦੇ ਦਾ। ਹਾਂਜੀ ਹੁਣ ਤਾਂ ਹਾਂ ਕਈ ਜਗ੍ਹਾ ਬਹਰਹਾਲ ਤੇ ਪਰ ਕਈ ਜਗ੍ਹਾ ਇਦਾਂ ਵੀ ਸੀ। ਇੱਕ ਉਹ ਪੁਰਾਣੇ ਟਾਈਮ ਦਾ ਇੱਕ ਲਤੀਫਾ ਹੈਗਾ ਵੀ ਕਿਸੇ ਬੰਦੇ ਨੇ ਰੋਟੀ ਖਾਧੀ ਵਿਆਹ ਦੀ ਤੇ ਉਹਦੇ ਕੋਲ ਪੈਸੇ ਕੋਈ ਨਹੀਂ ਸੀ ਰਾਣਾ ਸਾਹਿਬ ਉਹਨੇ ਉਂਦਰਾ ਵਗੈਰਾ ਪਾਣ ਦੇ ਤੇ ਉਹਨੇ ਕਿਹਾ ਵੀ ਹੁਣ ਕੀ ਹਿਸਾਬ ਕਿਤਾਬ ਲਾਈਏ ਤੇ ਉਹਨੇ ਘਰਦਿਆਂ ਨੂੰ ਕਿਹਾ ਵੀ ਜਿਹੜਾ ਤੁਸੀਂ ਜਿਹੜਾ ਨਾ ਚੱਲੋ ਖਾਓ ਪੀਓ ਹੈ। ਖਾ ਪੀ ਕੇ ਬਾਅਦ ਚ ਉਹ ਜਨਾਬ ਜੀ ਉਹਨੇ ਰੋੜੇ ਜੇ ਪਾ ਲਏ ਪੱਲੇ ਦੇ ਵਿੱਚ ਤੇ ਕੋਠੇ ਦੇ ਉੱਤੇ ਚੜ ਗਿਆ ਹੈ। ਤੇ ਜਨਾਬ ਜੀ ਉਹ ਥੱਲੋਂ ਕਿਸੇ ਨੇ ਆਵਾਜ਼ ਲਾਈ ਵੀ ਉਹਨੇ ਉੱਤੇ ਪੈਰ ਪੂਰ ਖੜਕਾਏ ਨਾ ਕੋਠੇ ਦੇ ਤੇ ਉਹ ਥੱਲੋਂ ਕਿਸੇ ਨੇ ਆਵਾਜ਼ ਲਾਈ ਵੀ ਉਹ ਕਿਹੜਾ ਉਹਨੇ ਹੁਣ ਉਹ ਪੱਲਾ ਤਾਂ ਇੰਜ ਕਰਕੇ ਦਿਖਾਇਆ ਵੀ ਜਿਵੇਂ ਪਤਾ ਨਹੀਂ ਕੀ ਲਈ ਜਾਂਦਾ ਪਿਆ ਸੀ ਹੈ। ਕਹਿੰਦਾ ਲਓ ਜੀ ਹੁਣ ਅਸੀਂ ਫਿਰ ਕਿਹੜੇ ਹੋ ਗਏ ਕਿਹੜੇ ਤਾਂ ਫਿਰ ਕਿਹੜਾ ਕਿਹੜੇ ਹੀ ਸਹੀ ਹੈ ਤਾਂ ਇਹ ਪੁਰਾਣੇ ਵੇਲੇ ਦਾ ਲਤੀਫਾ ਰੱਬੀਆਂ ਗੱਲ ਦੇ ਵਿੱਚ ਯਾਦ ਆ ਗਿਆ ਜੀ ਹੈ ਸੁਣਾਤਾ ਤੁਹਾਨੂੰ ਵੀ। ਤੇ ਬਹੁਤ ਜਿਹੜਾ ਨਾ ਅੱਛਾ ਫਿਰ ਇੱਕ ਇਹ ਹੁੰਦਾ ਸੀ ਕਿ ਉਹ ਬਰਾਤਾਂ 'ਚ ਨਾ ਸਮਾਨ ਵਾਲਾ ਜਿਹੜਾ ਵਾ ਫਿਰ ਉਹ ਬਰਾਤੀ ਸਾਰੇ ਸਮਾਨ ਚੱਕ ਕੇ ਬੜੇ ਜੋਸ਼ੋ ਖਰੋਸ਼ ਨਾਲ ਨਾ ਉਹ ਸਮਾਨ ਰੱਖਦੇ ਸੀ। ਉਹ ਹੁਣ ਤੇ ਇਹ ਸੂਰਤ ਹਾਲ ਵੀ ਕਿ ਵਿਆਹ ਤੋਂ ਬਾਅਦ ਨਾ ਲਾੜਾ ਤੇ ਲਾੜੇ ਦਾ ਪਿਓ ਹੀ ਰਹਿ ਜਾਂਦੇ ਆ ਰੋਟੀ ਬਲਕਿ ਰੋਟੀ ਤੋਂ ਬਾਅਦ ਵੀ ਲੋਕੀ ਰੋਟੀ ਖਾਂਦੇ ਆ ਤੇ ਆਪਣਾ ਨਾਲ ਦੀ ਨਾਲ ਨਾ ਨਿਕਲ ਜਾਂਦੇ ਆ। ਦੇਖੋ ਜੀ ਸ਼ਾਦੀ ਹਾਲ ਚ ਆਏ ਆ ਜੀ 5 ਮਿੰਟ ਦੀ ਹਾਜ਼ਰੀ ਲਵਾਈ ਆ ਜਿਹੜਾ ਕੋਈ ਦੇਣਾ ਲੈਣਾ ਜੀ ਉਹ ਦਿੱਤਾ ਲਿੱਤਾ ਜਿਹੜਾ ਕਮਿਊਨੀਕੇਸ਼ਨ ਹਾਂ ਨਹੀਂ ਉਹ ਗੱਲਾਂ ਬਾਤਾਂ ਕਹਾਣੀਆਂ ਵਾਲਾ ਜਿਹੜਾ ਵਾ ਨਾ ਵੀ ਜਿਹੜਾ ਬਹਿ ਕੇ ਅੱਡੇ ਤਮਾਸ਼ੇ ਲੱਗਣੇ ਅੱਡੇ ਰਾਤ ਨੂੰ ਹੱਲੇ ਗੁੱਲੇ ਹੋਣੇ ਇੱਕ ਦੂਜੇ ਨੂੰ ਪੁਰਾਣੀਆਂ ਗੱਲਾਂ ਸੁਣਾਣੀਆਂ ਇੱਕ ਦੂਜੇ ਨਾਲ ਬਹਿ ਕੇ ਕਰਨੀਆਂ ਉਹ ਸਾਰਾ ਸਿਸਟਮ ਖਤਮ ਹੋ ਗਿਆ ਜੀ। ਮੈਂ ਕਹਿੰਦਾ ਕਿ ਸਾਨੂੰ ਜਿਹੜਾ ਹੁਣ ਪਤਾ ਨਹੀਂ ਨਾ ਹੈ ਕਿ ਸਾਡੇ ਬੱਚੇ ਉਹ ਇਹੀ ਵਜ੍ਹਾ ਕਿ ਉਦੋਂ ਵਿਆਹਾਂ ਤੇ ਨਾ ਜਦੋਂ ਆਉਂਦੇ ਸੀ ਫਿਰ ਉਹ ਰਿਸ਼ਤੇਦਾਰ ਵੀ ਇਹ ਕਿੱਥੋਂ ਆਏ ਫਲਾਂ ਜਗ੍ਹਾ ਤੋਂ ਆ ਹੈ ਇਹ ਆਪਣੇ ਕਿੱਥੋਂ ਜੀ ਇਹ ਆਪਣੇ ਫਲਾਂ ਯਾਨੀ ਕਿ ਚੌਥੀ ਨਸਲ ਤੋਂ ਆ ਪੰਜਵੀਂ ਨਸਲ ਤੋਂ ਆ ਜਾਂ ਇਸ ਤਰ੍ਹਾਂ ਕਰਕੇ ਇਹ ਮੁੰਡਾ ਗਿਆ ਕੁੜੀ ਜਿਹੜੀ ਇਸ ਤਰ੍ਹਾਂ ਜਦੋਂ ਪਰ ਮਾਮੇ ਲੱਗਦੇ ਆ ਦਾਦੇ ਭੈਣ ਦੀ ਰਿਸ਼ਤੇਦਾਰੀ ਹੈ ਇਹ ਸਾਰਾ ਇੱਕ ਪਤਾ ਹੁੰਦਾ ਸੀ। ਤੇ ਫਿਰ ਉਹ ਰਾਤੀ ਬੈਠ ਹੁਣ ਤਾਂ ਬਸ ਇੱਕ ਕਜ਼ਨ ਰਹਿ ਗਿਆ ਹਾਂ ਜੀ ਹਾਂ ਹੁਣ ਤਾਂ ਕਜ਼ਨ ਬਲਕਿ ਹੁਣ ਤਾਂ ਜੀ ਉਹ ਬੁੜੀ ਦੇ ਭੈਣ ਭਾਈ ਰਹਿ ਗਏ। ਹਾਂਜੀ ਮਲੇਰ ਫੁਫੇਰ ਪਤਰੇਰ ਇਹ ਕਹਾਣੀਆਂ ਤਾਂ ਖਤਮ ਹੋ ਗਈਆਂ। ਕਜ਼ਨ ਨੇ ਇਹਦੀ ਜਗ੍ਹਾ ਲੈ ਲਈ ਬਸ ਜਿਹਨੂੰ ਮਰਜ਼ੀ ਕਜ਼ਨ ਆਂਟੀ ਆ ਜੀ ਅੰਕਲ ਆ ਉਹ ਚਾਚੇ ਮਾਮੇ ਵੀ ਚਾਚੇ ਤਾਏ ਵੀ ਮਰ ਮੁੱਕ ਗਏ ਤੇ ਮਾਮੇ ਵੀ ਮਰ ਮੁੱਕ ਗਏ ਤੇ ਫੁੱਫੇ ਹੁਣੀ ਵੀ ਉਹ ਵੀ ਟੁਰ ਗਏ। ਹੁਣ ਤਾਂ ਸਿਰਫ ਜਿਹੜਾ ਵਾ ਨਾ ਅੰਕਲ ਰਹਿ ਗਏ ਤੇ ਇਸ ਤਰ੍ਹਾਂ ਹੀ ਉਹ ਖਾਲਾ ਵੀ ਕੋਈ ਨਾ ਰਹੀ ਕਹਿੰਦੇ ਸੀ ਵੀ ਮਰੇ ਮਾਂ ਤੇ ਜੀਵੇ ਖਾਲਾ ਹੈ ਉਹ ਖਾਲਾ ਵੀ ਕੋਈ ਨਾ ਰਹੀ ਹੁਣ ਉਹ ਵੀ ਆਂਟੀ ਹੋ ਗਈ ਹੈ। ਉਹ ਫਿਰ ਜਿਹੜੀ ਤਾਈ ਯਾਨੀ ਕਿ ਜਿਹੜਾ ਤਾਈ ਦਾ ਇੱਕ ਲਫ਼ਜ਼ ਇੱਕ ਐਸਾ ਸੀ ਵੀ ਜਿੱਥੇ ਜੋ ਛੋਟਾ ਨਿਆਣਿਆਂ ਜਿਨ੍ਹਾਂ ਨੇ ਸਭ ਨੇ ਸ਼ਰਾਰਤ ਕਰਨੀਆਂ ਤਾਈ ਇੱਕ ਬੜੀ ਪ੍ਰੋਟੈਕਸ਼ਨ ਸੀ ਹੈ। ਤਾਈ ਕੋਲ ਖੇਡਣਾ ਤਾਈ ਵੱਡੀ ਮਾਂ ਹੁੰਦੀ ਸੀ ਗਰਾਊਂਡ ਹੁੰਦਾ ਸੀ ਇੱਕ ਕਿਸਮ ਦਾ ਜਿੱਥੇ ਦਾਦੀ ਬਹੁਤ ਹੋ ਗਈ ਉੱਥੇ ਤਾਈ ਹੁੰਦੀ ਸੀ ਉਹ ਤਾਈ ਮੁੱਕ ਗਈ ਹੈ। ਤੇ ਇਸ ਤਰ੍ਹਾਂ ਯਾਨੀ ਕਿ ਫਿਰ ਮਸੇਰ ਮਲਵੇਰ ਪਤਰੇਰ ਜਿਹੜੇ ਆ ਸਾਰੇ ਉਹ ਮੁੱਕ ਗਏ ਉਹ ਕਜ਼ਨ ਹੋ ਗਏ ਇਹ ਦੇਖ ਲਓ ਜੀ ਇਸ ਵੇਲੇ ਨੇ ਨਾ ਸਾਡੇ ਕੋਲੋਂ ਕਿੱਡੇ ਕਿੱਡੇ ਸੋਹਣੇ ਰਿਸ਼ਤਿਆਂ ਦੇ ਨਾਮ ਖੋਲੇ ਹੈ। ਬੜਾ ਬੇਰਹਿਮ ਵੇਲਾ ਚੱਲਦਾ ਪਿਆ ਜੀ ਇਹ। ਚਲੋ ਬਹਰਹਾਲ ਤੇ ਬਾਕੀ ਇਹ ਹੈ ਕਿ ਰਾਣਾ ਸਾਹਿਬ ਦੀ ਅਲਹਮਦੁਲਿਲਾ ਤਬੀਅਤ ਜਿਹੜੀ ਆ ਬਿਲਕੁਲ ਠੀਕ ਆ ਹੁਣ ਬਹੁਤ ਠੀਕ ਠਾਕ ਆ ਜੀ। ਦੱਸ ਦਿਓ ਜੀ ਹਾਂ ਨਹੀਂ ਚਲੋ ਬਾਕੀ ਮੌਸਮ ਜਦੋਂ ਬਦਲਦਾ ਕਿ ਥੋੜਾ ਬਹੁਤਾ ਫਰਕ ਪੈਂਦਾ ਵਾ ਤੇ ਹਾਂਜੀ ਬਹੁਤ ਸਾਰੇ ਵੀਰ ਪੁੱਛਦੇ ਸੀ ਕਿ ਰਾਣਾ ਸਾਹਿਬ ਦੀ ਤਬੀਅਤ ਠੀਕ। ਇੱਕ ਸਵਾਲ ਹੋਰ ਸਾਡੇ ਉਹਦੇ ਵਿੱਚ ਬਹੁਤ ਆ ਰਿਹਾ ਲੇਕਿਨ ਉਹਦਾ ਜਵਾਬ ਸਾਡੇ ਕੋਲ ਨਹੀਂ ਹੈਗਾ ਉਹ ਫੇਰ ਕਦੇ ਦੇਵਾਂਗੇ ਇਨਸ਼ਾਅੱਲਾ ਤਾਲਾ। ਅਗਰ ਤੇ ਬਹਰਹਾਲ ਜਿਵੇਂ ਦੀ ਕੋਈ ਬੰਦਿਆਂ ਦੀ ਸੋਚ ਆ ਉੱਦਾਂ ਦੀ ਕੋਈ ਗੱਲ ਵੀ ਨਹੀਂ ਹੈਗੀ ਕੋਈ ਇਦਾਂ ਦਾ ਮਸਲਾ ਨਹੀਂ ਹੈਗਾ ਠੀਕ ਆ ਜੀ। ਤੇ ਮੈਨੂੰ ਤੇ ਰਾਣਾ ਸਾਹਿਬ ਨੂੰ ਜੀ ਇਸੇ ਦੇ ਨਾਲ ਦਿਓ ਜੀ ਇਜਾਜ਼ਤ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ। ਬੜੀ ਮਿਹਰਬਾਨੀ ਆ ਬੜੀਆਂ ਮੁਹੱਬਤਾਂ ਵੀਰ ਭਰਾ ਜਿਹੜੇ ਆ ਨਾ ਉਹ ਦੇ ਰਹੇ ਆ। ਥੋੜੇ ਜਿਹੇ ਸਾਡੇ ਸਬਸਕ੍ਰਾਈਬਰ ਜਿਹੜੇ ਆ ਰਹਿ ਗਏ ਆ ਤੇ ਕੱਲ ਅਸੀਂ ਬਹਰਹਾਲ ਬੜਾ ਡਰ ਗਏ ਸੀ ਜੀ। ਕੱਲ ਸਾਨੂੰ ਸਵੇਰ ਜੀ ਮੈਸੇਜ ਆ ਗਿਆ ਕਿ ਸਾਡਾ ਜਿਹੜਾ ਚੈਨਲ ਆ ਨਾ ਉਹ ਜੀ ਡਾ ਦਿੱਤਾ। ਖੈਰ ਬਾਅਦ ਚੋਦੀ ਉਹ ਤਹਿਕੀਕ ਕੀਤੀ ਵਾਪਸ ਆ ਗਿਆ ਜੀ ਅਲਹਮਦੁਲਿਲਾ। ਨਹੀਂ ਤੇ ਬੜੀ ਪਰੇਸ਼ਾਨੀ ਇੱਕ ਦਫਾ ਬਣੀ ਜੀ। ਰਾਣਾ ਸਾਹਿਬ ਕਹਿੰਦੇ ਜੀ ਲਓ ਜੀ ਚੈਨਲ ਉੱਡ ਗਿਆ ਜੀ ਮਿਹਨਤ ਐਡੀ ਕੀਤੀ ਸੀਗੀ। ਪਰ ਚੈਨਲ ਤਾਂ ਹੋਰ ਵੀ ਬਣਦੇ ਰਹਿੰਦੇ ਆ ਇਦਾਂ ਦੀ ਕੋਈ ਗੱਲ ਨਹੀਂ। ਵੀਰ ਭਰਾ ਨਾਲ ਸਾਥ ਰਹਿਣ ਅੱਲਾਹ ਪਾਕ ਹਯਾਤੀ ਦੇਵੇ ਸਾਰੇ ਵੀਰਾਂ ਨੂੰ। ਚੈਨਲਾਂ ਦੀ ਕੋਈ ਗੱਲ ਨਹੀਂ ਇਹ ਢਾਂਦੇ ਢੁਆਂਦੇ ਰਹਿੰਦੇ ਆ ਤੇ ਬਣਾਉਂਦੇ ਰਹਿੰਦੇ ਆ। ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਨੂੰ ਰੱਬ ਰੱਖਾ।